ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਦਿਸ ਵੈਰੀ ਸਮਾਲ ਵੀਡੀਓ। ਪਿੱਛੇ ਜੇ ਤੁਸੀਂ ਇਹ ਦੇਖਿਆ ਹੋਊਗਾ ਕਿ ਇੱਕ ਸਕੀਮ ਜੋ ਸਰਕਾਰ ਦੀ ਸਕੀਮ ਬੜੀ ਨਿਊਜ਼ 'ਚ ਰਹਿ ਰਹੀ ਹੈ ਜਿਹਨੂੰ ਕਹਿੰਦੇ ਅਗਨੀਪਥ ਸਕੀਮ। ਇਹ ਸਕੀਮ ਬੇਸਿਕਲੀ ਮਿਲਟਰੀ ਦੇ ਵਿੱਚ ਰਿਕਰੂਟਮੈਂਟ ਲਈ ਸਕੀਮ ਹੈ ਐਂਡ ਇਸ ਮਿਲਟਰੀ ਰਿਕਰੂਟਮੈਂਟ ਦੀ ਇਹ ਸਕੀਮ ਦੇ ਵਿੱਚ ਇੱਕ ਬੜੀ ਹੀ ਇੰਪੋਰਟੈਂਟ ਪ੍ਰੋਬਲਮ ਜੋ ਹੈ ਦੇਖਣ ਨੂੰ ਮਿਲਦੀ ਪਈ ਹੈ, ਜਿਹਦੇ ਕਰਕੇ ਬਿਹਾਰ ਅਤੇ ਯੂਪੀ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਟੈਸਟ ਹੋ ਰਹੇ ਹੈ। मतलब इन्ना क बुरा हाल है उत्थे कि लोग रेलवे स्टेशनस ते खड़े है, जिहड़ा यूथ है उन्होंने डिस्ट्रिक्ट कलैक्टर के ऑफिस नूं घेराव कर लिया है। जगह जगह ते ऑलमोस्ट तुसीं देखो कि किवें अग लगाई जा रही है। तो ये सारी चीज़ां बहुत ही ज़्यादा लॉ एंड ऑर्डर सिचुएशन इन्नी ख़राब हो चुकी है इस पर्टिकुलर गवर्नमेंट की स्कीम करके। तो इस करके ये कवर करना बड़ा ज़रूरी है कि स्कीम बेसिकली है कि सरकार दी की इंटेंशन है स्कीम नूं लैके एंड यूथ इस स्कीम तो क्यों खुश नहीं है। तो पहला आप एक छोटी जी डिस्कशन देखते हैं कि वॉट इज़ दिस स्कीम ऑल अबाउट। देखो जिवें मैं दस्सिया कि ये जिहड़ी स्कीम है ये रिक्रूटमेंट स्कीम सरकार ने लॉन्च की है जो अपनी ਤਿੰਨੋਂ ਸਰਵਿਸਿਜ਼ ਦੇ ਵਿੱਚ ਯਾਨੀ ਕਿ ਮਿਲਟਰੀ ਦੇ ਵਿੱਚ ਐਂਡ ਡੈਫੀਨੇਟਲੀ ਆਪਣੀ ਨੇਵੀ ਦੇ ਵਿੱਚ ਐਂਡ ਏਅਰ ਫੋਰਸ ਦੇ ਵਿੱਚ ਰਿਕਰੂਟਮੈਂਟ ਕੀਤੀ ਜਾਊਗੀ ਨਵੇਂ ਯੂਥ ਯੰਗ ਲੋਕਾਂ ਦੀ ਐਂਡ ਉਹਦੇ ਰਿਗਾਰਡਿੰਗ ਇਹ ਸਕੀਮ ਹੈਗੀ ਹੈ। ਦੇਖੋ ਹੁਣ ਜਿਹੜੀ ਰਿਕਰੂਟਮੈਂਟ ਹੁੰਦੀ ਹੈ ਉਹਦੀ ਜਿਹੜੀ ਐਲੀਜੀਬਿਲਟੀ ਏਜ ਹੁੰਦੀ ਹੈ, ਅਗਰ ਆਪਾਂ ਆਫਿਸਰ ਰੈਂਕ ਤੋਂ ਨੀਚੇ ਦੀ ਗੱਲ ਕਰਦੇ ਹਾਂ ਤਾਂ 16.5 ਸਾਲਾਂ ਤੋਂ ਲੈ ਕੇ 21 ਸਾਲਾਂ ਤੱਕ ਰਿਕਰੂਟਮੈਂਟ ਹੁੰਦੀ ਹੈ। ਲੇਕਿਨ ਜਿਹੜੀ ਰਿਕਰੂਟਮੈਂਟ ਹੋਣ ਤੋਂ ਬਾਅਦ ਜਿਹੜਾ ਬੰਦਾ ਆਰਮੀ ਦੇ ਵਿੱਚ ਐਂਟਰ ਹੋ ਜਾਂਦਾ ਇੰਡੀਅਨ ਆਰਮੀ ਦੇ ਵਿੱਚ ਜਾਂ ਨੇਵੀ ਦੇ ਵਿੱਚ ਜਾਂ ਏਅਰ ਫੋਰਸ ਦੇ ਵਿੱਚ, ਉਹ ਐਟਲੀਸਟ 15 ਸਾਲ ਆਪਣੀ ਜ਼ਿੰਦਗੀ ਦੇ ਜ਼ਰੂਰ ਲਗਾਉਂਦਾ ਹੈ ਆਰਮੀ ਨੇਵੀ ਦੇ ਵਿੱਚ। ਲੇਕਿਨ ਸਰਕਾਰ ਇਸ ਪਰਟੀਕੂਲਰ ਸਕੀਮ ਦੇ ਵਿੱਚ ਕੀ ਕਰ ਰਹੀ ਹੈ, ਸਰਕਾਰ ਕਹਿ ਰਹੀ ਹੈ ਕਿ ਅਸੀਂ 17.5 ਤੋਂ ਲੈ ਕੇ 21 ਈਅਰਸ ਤੱਕ ਰਿਕਰੂਟਮੈਂਟ ਕਰਾਂਗੇ। ਮਤਲਬ ਇਹ ਐਲੀਜੀਬਿਲਟੀ ਕ੍ਰਾਈਟੀਰੀਆ ਹੋਊਗੀ ਐਂਡ ਸਿਰਫ 4 ਸਾਲ ਹੀ ਇੱਕ ਬੰਦਾ ਆਰਮੀ ਦੇ ਵਿੱਚ ਸਰਵ ਕਰ ਸਕਦਾ ਹੈ। ਐਂਡ ਇਹ ਲੋਕਾਂ ਨੂੰ ਅਗਨੀਵੀਰ ਕਿਹਾ ਜਾਊਗਾ ਜਿਹੜੇ ਆਰਮੀ ਦੇ ਵਿੱਚ ਸਿਰਫ 4 ਸਾਲ ਹੀ ਸਰਵ ਕਰਨਗੇ। ਐਂਡ ਆਫਟਰ 4 ਈਅਰਸ ਇਹਨਾਂ ਜਿਹੜੇ ਸਰਵਿੰਗ ਆਫਿਸਰਸ ਹੋਣਗੇ ਜਿਹੜੇ 4 ਸਾਲ ਲਈ ਹੀ ਮਤਲਬ ਸਰਵ ਕਰਨਗੇ, ਇਹਨਾਂ ਦੀ ਕੋਈ ਪੈਨਸ਼ਨ ਨਹੀਂ ਮਿਲੂਗੀ ਇਹਨਾਂ ਨੂੰ। ਸੋ ਦੇ ਵਿਲ ਬੀ ਨੋ ਪੈਨਸ਼ਨ। ਲੇਕਿਨ ਹੁਣ ਅਗਰ ਆਪਾਂ ਦੇਖੀਏ, ਅਗਰ ਅੱਜ ਦੀ ਕੰਡੀਸ਼ਨ ਨੂੰ ਆਪਾਂ ਦੇਖਦੇ ਹਾਂ ਤਾਂ 15 ਸਾਲ ਦੀ ਸਰਵਿਸ ਤੋਂ ਬਾਅਦ ਇਹ ਸਾਰੇ ਜਿੰਨੇ ਵੀ ਲੋਕ ਹੁੰਦੇ ਇਹਨਾਂ ਨੂੰ ਪੈਨਸ਼ਨ ਵੀ ਮਿਲਦੀ ਹੈ ਐਂਡ ਡੈਫੀਨੇਟਲੀ ਉਹ ਇੱਕ ਬਹੁਤ ਹੀ ਐਡਡ ਐਡਵਾਂਟੇਜ ਰਹਿੰਦਾ ਹੈ ਇਨ ਦੀ ਇੰਡੀਅਨ ਆਰਮੀ ਕਿ 15 ਸਾਲ ਬਾਅਦ ਪੈਨਸ਼ਨ ਵੀ ਦੇਖਣ ਨੂੰ ਮਿਲਦੀ ਹੈ। ਤਾਂ ਪਹਿਲਾਂ ਆਪਾਂ ਛੋਟਾ ਜਿਹਾ ਦੇਖ ਲੈਂਦੇ ਕਿ ਬੇਸਿਕਲੀ ਇਹ ਕੰਟੈਕਸਟ ਕੀ ਹੈ। ਇਹ ਸਕੀਮ ਬੇਸਿਕਲੀ ਹੈ ਕਿ ਆਪਾਂ ਯੰਗ ਸੋਲਜਰਸ ਨੂੰ ਇੰਡਕਟ ਕਰ ਰਹੇ ਹਾਂ ਆਪਣੀ ਟਰਾਈ ਡਿਫੈਂਸ ਸਰਵਿਸਿਜ਼ ਦੇ ਵਿੱਚ। ਮਤਲਬ ਇਸ ਸਕੀਮ ਦੇ ਵਿੱਚ ਆਰਮੀ, ਨੇਵੀ ਐਂਡ ਏਅਰ ਫੋਰਸ ਤਿੰਨਾਂ ਦੇ ਵਿੱਚ ਇੰਡਕਸ਼ਨ ਹੋਏਗੀ। ਸੋ ਇਟ ਇਜ਼ ਨਾਟ ਓਨਲੀ ਲਿਮਿਟਡ ਟੂ ਦੀ ਆਰਮੀ ਬਟ ਦੇਅਰ ਵਿਲ ਬੀ ਆਲਸੋ ਇੰਡਕਸ਼ਨ ਇਨ ਅਦਰ ਜੋ ਸਰਵਿਸਿਜ਼ ਹੁੰਦੀਆਂ ਹੈ। ਆਲਮੋਸਟ ਸਰਕਾਰ ਦਾ ਕਹਿਣਾ ਹੈ ਕਿ ਅਸੀਂ 45 ਤੋਂ ਲੈ ਕੇ 50,000 ਤੱਕ ਸੋਲਜਰਸ ਨੂੰ ਐਨੂਅਲੀ ਰਿਕਰੂਟ ਕਰਾਂਗੇ ਐਂਡ ਇਹ ਸਾਰੇ ਜਿਹੜੇ ਹੈ 4 ਸਾਲ ਦੇ ਅੰਦਰ ਅੰਦਰ ਆਪਣਾ ਇਹਨਾਂ ਦਾ ਜਿਹੜਾ ਟੋਟਲ ਟੈਨਿਓਰ ਹੋਏਗਾ। 4 ਸਾਲਾਂ ਬਾਅਦ 25% ਆਫ ਦੀਸ ਰਿਕਰੂਟਡ ਆਫਿਸਰਸ ਨੂੰ ਪਰਮਾਨੈਂਟ ਕਮਿਸ਼ਨ ਵੀ ਦਿੱਤਾ ਜਾਏਗਾ। ਕਹਿਣ ਦਾ ਮਤਲਬ ਹੈ ਕਿ ਇਹਨਾਂ ਆਫਿਸਰਸ ਦੇ ਵਿੱਚੋਂ ਜਿਹੜੇ ਸੋਲਜਰਸ ਦੇ ਵਿੱਚੋਂ ਜਿਹੜੇ ਅੱਛੇ ਸੋਲਜਰਸ ਹੋਣਗੇ, ਜਿਹੜੇ ਮੈਰੀਟੋਰੀਅਸ ਸੋਲਜਰਸ ਹੋਣਗੇ, ਉਹਨਾਂ ਨੂੰ ਅੱਗੇ 15 ਸਾਲ ਦਾ ਪਰਮਾਨੈਂਟ ਕਮਿਸ਼ਨ ਵੀ ਦਿੱਤਾ ਜਾਏਗਾ। ਲੇਕਿਨ ਬਾਕੀ ਜਿਹੜੇ 75% ਸੋਲਜਰਸ ਹੋਣਗੇ ਇਹਨਾਂ ਨੂੰ ਜੋ ਹੈ ਆਰਮੀ ਨੂੰ ਕੁਇਟ ਕਰਨਾ ਪਏਗਾ। ਸੋ ਦਿਸ ਇਜ਼ ਵੈਰੀ ਇੰਪੋਰਟੈਂਟ। ਐਂਡ ਜਿਹੜੇ ਰਿਕਰੂਟਰਸ ਹੋਣਗੇ ਇਹਨਾਂ ਨੂੰ ਜਿਵੇਂ ਅਗਨੀਵੀਰ ਕਿਹਾ ਜਾਊਗਾ। ਸੋ ਜਿਨ੍ਹਾਂ ਨੇ ਨਵੀਂ ਕੋਈ ਕੰਡੀਸ਼ਨ ਲਗਾਤੀ ਹੈ ਐਂਡ ਡੈਫੀਨੇਟਲੀ ਸਾਰਾ ਸਿਸਟਮ ਸੈਂਟਰਲਾਈਜ਼ਡ ਆਨਲਾਈਨ ਸਿਸਟਮ ਹੋਊਗਾ ਐਂਡ ਇਹਦੇ ਵਿੱਚ ਕੈਂਪਸ ਇੰਟਰਵਿਊਜ਼ ਅਤੇ ਰੈਲੀਜ਼ ਜੋ ਵੀ ਹੋਣਗੀਆਂ ਕੰਡਕਟ ਕੀਤੀਆਂ ਜਾਣਗੀਆਂ। ਇਹ ਆਲ ਇੰਡੀਆ ਆਲ ਕਲਾਸ ਦੇ ਕੰਡੀਸ਼ਨ 'ਤੇ ਹੋਊਗਾ। ਦੇਖੋ ਅੱਜ ਕੱਲ੍ਹ ਜਿਹੜੀ ਸਰਵਿਸਿਜ਼ ਹੁੰਦੀਆਂ ਉਹ ਰੈਜੀਮੈਂਟ ਬੇਸਡ ਸਰਵਿਸਿਜ਼ ਹੁੰਦੀਆਂ। ਜਿਵੇਂ ਆਪਾਂ ਕਹਿ ਲਈਏ ਕਿ ਭਾਈ ਗੋਰਖਾ ਰੈਜੀਮੈਂਟ 'ਚ ਐਡਮਿਸ਼ਨ ਹੈ ਜਾਂ ਸਿੱਖ ਰੈਜੀਮੈਂਟ ਦੇ ਵਿੱਚ ਰਿਕਰੂਟਮੈਂਟ ਹੈ, ਲੇਕਿਨ ਰੈਜੀਮੈਂਟ ਬੇਸਡ ਨਹੀਂ ਹੋਏਗਾ, ਇਹ ਪੂਰਾ ਆਲ ਇੰਡੀਆ ਆਲ ਕਲਾਸ ਹੋਏਗਾ। ਐਂਡ ਜਿਵੇਂ ਮੈਂ ਦੱਸਿਆ ਕਿ ਐਲੀਜੀਬਿਲਟੀ ਕ੍ਰਾਈਟੀਰੀਆ 17.5 ਸਾਲ ਤੋਂ ਲੈ ਕੇ 21 ਈਅਰਸ ਤੱਕ ਹੋਏਗਾ ਐਂਡ ਉਸ ਤੋਂ ਬਾਅਦ ਡੈਫੀਨੇਟਲੀ ਮੈਡੀਕਲ ਅਤੇ ਫਿਜ਼ੀਕਲ ਸਟੈਂਡਰਡਸ ਤਾਂ ਮੀਟ ਕਰਨੇ ਹੀ ਪੈਣਗੇ। ਐਜੂਕੇਸ਼ਨ ਦੇ ਪਰਸਪੈਕਟਿਵ ਨਾਲ 10ਵੀਂ ਤੋਂ ਲੈ ਕੇ 12ਵੀਂ ਕਲਾਸ ਤੱਕ ਤੁਹਾਡੀ ਰਿਕਰੂਟਮੈਂਟ ਹੋਏਗੀ ਐਂਡ ਸਾਲ ਦੇ ਵਿੱਚ 2 ਵਾਰੀ ਇਹ ਰਿਕਰੂਟਮੈਂਟਸ ਹੋਣਗੀਆਂ। ਸੋ ਦੇਰ ਵਿਲ ਬੀ 2 ਟਾਈਮਸ ਇਹ ਰਿਕਰੂਟਮੈਂਟ ਜਿਹੜੀ ਦੇਖਣ ਨੂੰ ਮਿਲੇਗੀ। ਹੁਣ ਪੇ ਐਂਡ ਪਰਕਸ ਦੀ ਗੱਲ ਕਰੀਏ तो देखो एक तो ਤੁਹਾਨੂੰ ਮੰਥਲੀ ਸੈਲਰੀ ਮਿਲੂਗੀ, ਠੀਕ ਹੈ। ਜੋ ਵੀ ਇਹਦੇ ਵਿੱਚ ਐਡਮਿਸ਼ਨ ਲਏਗਾ 4 ਸਾਲਾਂ ਲਈ ਰਿਕਰੂਟਮੈਂਟ ਹੋਏਗੀ ਤੁਹਾਨੂੰ ਮੰਥਲੀ ਸੈਲਰੀ ਮਿਲੇਗੀ। ਨਾਲ ਜਦੋਂ ਉਹਦੇ 4 ਸਾਲ ਕੰਪਲੀਟ ਹੋ ਜਾਣਗੇ ਤਾਂ ਉਸ ਟਾਈਮ 'ਤੇ ਉਹਨੂੰ ਇੱਕ ਲਮਸਮ ਅਮਾਊਂਟ ਵੀ ਮਿਲੂਗੀ ਜਿਹੜੇ 11.71 ਲੱਖ ਦੇ ਅਕੋਰਡਿੰਗਲੀ ਹੋਏਗੀ, ਜਿਹਨੂੰ ਸੇਵਾ ਨਿਧੀ ਪੈਕੇਜ ਕਿਹਾ ਗਿਆ ਹੈ। तो बेसिकली आइडिया इस केस तो बाद इन्हों कोई पेंशन नहीं मिलूगी, सिर्फ एक 11 लाख रुपया एक बारी मिल जूगा आफ्टर 4 ईयर्स एंड 4 साल ਲਈ इन्हों सैलरी भी मिलेगी एंड सैलरी ऑलमोस्ट लाइक ये कहा जा रहा है कि 40-50 हज़ार के करीब सैलरी होएगी मंथली। बेनीफिट्स की है
ਡੈਫੀਨੇਟਲੀ ਨੇਸ਼ਨ ਨੂੰ ਕੁਝ ਬੈਨੀਫਿਟਸ ਸਰਕਾਰ ਦੇ ਅਕੋਰਡਿੰਗਲੀ ਹੈ। ਸਭ ਤੋਂ ਵੱਡਾ ਬੈਨੀਫਿਟ ਸਰਕਾਰ ਨੂੰ ਇਹ ਹੈ ਕਿ ਪੈਨਸ਼ਨ ਦਾ ਬਿੱਲ ਅੱਜ ਬਹੁਤ ਹੀ ਜ਼ਿਆਦਾ ਆਉਂਦਾ ਹੈ। ਤਾਂ ਪੈਨਸ਼ਨ ਦਾ ਬਿੱਲ ਬਹੁਤ ਜ਼ਿਆਦਾ ਹੋਣ ਕਰਕੇ ਸਰਕਾਰ ਦੇ ਉੱਪਰ ਡਿਫੈਂਸ ਦਾ ਮੇਜਰ ਖਰਚਾ ਜਿਹੜਾ ਹੈਗਾ ਇਹ ਪੈਨਸ਼ਨ ਦਾ ਬਿੱਲ ਹੈਗਾ। ਸਰਕਾਰ ਚਾਹੁੰਦੀ ਹੈ ਕਿ ਇਸ ਪੈਨਸ਼ਨ ਦੇ ਬਿੱਲ ਨੂੰ ਕੱਟ ਕਰਕੇ ਜਿਹੜਾ ਪੈਸਾ ਬਚੂਗਾ ਉਹ ਸਰਕਾਰ ਇਨਵੈਸਟਮੈਂਟ ਕਰੂਗੀ ਇਨ ਦ ਮਿਲਟਰੀ, ਤਾਂ ਕਿ ਆਪਾਂ ਹੋਰ ਬੈਟਰ ਮਿਲਟਰੀ ਪ੍ਰੀਪੇਅਰਨੈਸ ਕਰ ਸਕੀਏ ਐਂਡ ਉਹ ਸਾਰੀ ਚੀਜ਼ਾਂ ਹੈ। ਇਸ ਤੋਂ ਇਲਾਵਾ ਯੂਥ ਲਈ ਬੜਾ ਇੰਪੋਰਟੈਂਟ ਹੈ ਕਿ ਇਕੁਅਲ ਓਪਰਚੁਨਿਟੀ ਹੋਏਗੀ ਫॉर द ਯੂਥ, ਕੋਈ ਵੀ ਇਹਦੇ ਵਿੱਚ ਰਿਜ਼ਰਵੇਸ਼ਨ ਜਾਂ ਇੱਦਾਂ ਦੀ ਕੋਈ ਗੱਲ ਨਹੀਂ ਹੋਏਗੀ। ਆਰਮ ਫੋਰਸਿਸ ਲਈ ਬੜਾ ਇੰਟਰਸਟਿੰਗ ਹੋਊਗਾ ਕਿਉਂਕਿ ਟਰਾਂਸਪੇਰੈਂਟ ਸਿਲੈਕਸ਼ਨ ਪ੍ਰੋਸੈਸ ਦੇਖਣ ਨੂੰ ਮਿਲੂਗਾ ਐਂਡ ਯੰਗ ਮਿਲਟਰੀ ਜਿਹੜੀ ਹੈ ਬੜੀ ਇੰਪੋਰਟੈਂਟ ਹੁੰਦੀ ਹੈ ਕਿਸੇ ਵੀ ਆਰਗੇਨਾਈਜੇਸ਼ਨ ਲਈ। ਅੱਜ ਅਗਰ ਤੁਸੀਂ ਦੇਖੋ ਤਾਂ ਇਹਨਾਂ ਦੀ ਉਮਰ ਮੈਕਸਿਮਮ 25 ਸਾਲ ਹੋ ਸਕਦੀ ਹੈ, ਮਤਲਬ ਅਗਰ ਕੋਈ ਸੋਲਜਰ 21 ਸਾਲ ਤੋਂ ਰਿਕਰੂਟ ਹੁੰਦਾ ਹੈ ਤਾਂ ਉਹ 25 ਈਅਰਸ ਤੱਕ ਜਿਹੜਾ ਹੈ ਸਰਵ ਕਰੂਗਾ। ਸੋ 25 ਸਾਲ ਤੱਕ ਉਹ ਸਰਵ ਕਰੇਗਾ। ਸੋ ਦਿਸ ਇਜ਼ ਆਲਸੋ ਵੈਰੀ ਇੰਪੋਰਟੈਂਟ ਕਿ ਯੰਗ ਜਿਹੜੀ ਹੈ ਆਰਮੀ ਜੋ ਹੈ ਦੇਖਣ ਨੂੰ ਮਿਲੇਗੀ। ਸੋ ਦਿਸ ਇਜ਼ ਵਨ ਆਫ ਦ ਮੇਨ ਰੀਜ਼ਨ ਜਿਹੜਾ ਇਹ ਦਿੱਤਾ ਜਾ ਰਿਹਾ ਹੈ। ਅਗਰ ਆਪਾਂ ਇੰਡੀਵਿਜੂਅਲਸ ਦੀ ਗੱਲ ਕਰੀਏ ਤਾਂ ਬੇਰੁਜ਼ਗਾਰੀ ਨੂੰ ਖਤਮ ਕਰਨ ਵਾਸਤੇ ਸਰਕਾਰ ਦਾ ਇਹ ਇਨੀਸ਼ੀਏਟਿਵ ਹੈ। ਫਿਰ ਫਾਈਨੈਂਸ਼ੀਅਲ ਪੈਕੇਜ ਵੀ ਸਰਕਾਰ ਕਹਿੰਦੀ ਹੈ ਕਿ ਅੱਛਾ ਫਾਈਨੈਂਸ਼ੀਅਲ ਪੈਕੇਜ ਹੈ ਐਂਡ ਡੈਫੀਨੇਟਲੀ ਸਿਟੀਜ਼ਨਸ ਜਿਹੜੇ ਹੋਣਗੇ ਉਹਨਾਂ 'ਚ ਪ੍ਰੋਪਰ ਮਿਲਟਰੀ ਡਿਸਿਪਲਿਨ ਜਦੋਂ ਆਏਗਾ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਉਹ ਆਪਣੀ ਲਾਈਫ ਦੇ ਵਿੱਚ ਇਹ ਮਿਲਟਰੀ ਡਿਸਿਪਲਿਨ ਨੂੰ ਅੱਗੇ ਲੈ ਕੇ ਜਾਣਗੇ। ਬਟ ਇਹ ਸਾਰੀ ਚੀਜ਼ਾਂ ਸਰਕਾਰ ਦੀਆਂ ਸਹੀ ਹੈ, ਲੇਕਿਨ ਕਿਤੇ ਨਾ ਕਿਤੇ ਫਿਰ ਵੀ ਆਪਣੇ ਦੇਸ਼ ਦਾ ਜਿਹੜਾ ਯੂਥ ਹੈ ਇਸ ਪਰਟੀਕੂਲਰ ਜਿਹੜੀ ਸਕੀਮ ਹੈ ਉਸ ਤੋਂ ਖੁਸ਼ ਨਹੀਂ ਹੈ। ਤੁਸੀਂ ਆਪ ਦੇਖ ਰਹੇ ਹੋ ਕਿ ਜਗ੍ਹਾ ਜਗ੍ਹਾ 'ਤੇ ਜੋ ਹੈ ਉਹ ਪ੍ਰੋਟੈਸਟ ਹੋ ਰਹੇ ਹੈ, ਘਿਰਾਓਜ਼ ਹੋ ਰਹੇ ਹੈ ਐਂਡ ਧਰਨੇ ਲੱਗ ਰਹੇ ਹੈ। ਤਾਂ ਇਹਦਾ ਕੀ ਰੀਜ਼ਨ ਹੋ ਸਕਦਾ ਕਿ ਜਗ੍ਹਾ ਜਗ੍ਹਾ 'ਤੇ ਇਸ ਸਕੀਮ ਦੇ ਖਿਲਾਫ ਪ੍ਰੋਟੈਸਟ ਕਿਉਂ ਹੋ ਰਹੇ ਹੈ? ਉਹਦੇ 2-3 ਰੀਜ਼ਨ ਹੈ। ਸਭ ਤੋਂ ਪਹਿਲਾ ਰੀਜ਼ਨ ਤਾਂ ਇਹੀ ਹੈ ਕਿ ਯਾਰ 75% ਲੋਕ ਜਿਹੜੇ ਪਰਮਾਨੈਂਟ ਕਮਿਸ਼ਨ ਦੇ ਵਿੱਚ ਨਹੀਂ ਜਾਣਗੇ ਹੈ ਨਾ, ਉਹ 75% ਲੋਕ ਕੀ ਕਰਨਗੇ ਫਿਰ 25 ਸਾਲ ਤੋਂ ਬਾਅਦ? ਦਿਸ ਇਜ਼ ਵਨ ਆਫ ਦ ਵੈਰੀ ਬਿਗ ਕੁਐਸਚਨਸ, ਕਿਉਂਕਿ ਉਹਨਾਂ ਨੇ ਕੋਈ ਐਜੂਕੇਸ਼ਨ ਵੀ ਨਹੀਂ ਲਿੱਤੀ ਹੋਣੀ, ਕੋਈ ਹਾਇਰ ਐਜੂਕੇਸ਼ਨ ਵੀ ਨਹੀਂ ਲਿੱਤੀ ਹੋਣੀ, ਤਾਂ 75% ਲੋਕਾਂ ਲਈ ਸਰਕਾਰ ਕੀ ਕਰੂਗੀ? ਸੋ ਇਹ ਬੜਾ ਇੰਪੋਰਟੈਂਟ ਹੈ। ਅੱਜ ਮਿਲਟਰੀ ਦੇ ਵਿੱਚ ਐਂਟਰੀ ਲਈ ਬਹੁਤ ਲੋਕ ਬਹੁਤ ਜ਼ਿਆਦਾ ਮਿਹਨਤ ਕਰਦੇ ਹੈ, ਤਾਂ ਲੇਕਿਨ ਉਹ ਸਾਰੇ ਲੋਕਾਂ ਦੀ ਮਿਹਨਤ ਦੇ ਉੱਪਰ ਇੱਕ ਵਾਰੀ 'ਚ ਸਰਕਾਰ ਜਿਹੜਾ ਹੈ ਉਹ ਹੈ ਨਾ ਪਾਣੀ ਫੇਰ ਰਹੀ ਹੈ। ਸਭ ਤੋਂ ਵੱਡੀ ਪ੍ਰੋਬਲਮ ਜੋ ਦੇਖਣ ਨੂੰ ਮਿਲਦੀ ਹੈ ਕਿ ਈਵਨ ਆਪਣੇ ਅਗਰ ਬੈਟਲ ਵੀ ਲੜਨੀ ਹੈ ਤਾਂ ਬੈਟਲ ਲੜਨ ਵਾਸਤੇ ਪ੍ਰੋਫੈਸ਼ਨਲ ਮਿਲਟਰੀ ਮੈਨ ਬਣਨ ਵਾਸਤੇ ਇਹ ਕਿਹਾ ਜਾਂਦਾ ਹੈ ਕਿ ਘੱਟੋ ਘੱਟ 7 ਤੋਂ 8 ਸਾਲ ਲੱਗ ਜਾਂਦੇ ਹੈ, ਅਤੇ 4 ਸਾਲ ਦੇ ਵਿੱਚ ਤਾਂ 3.5 ਸਾਲ ਦੇ ਵਿੱਚ ਉਹਨਾਂ ਦੀ ਸਰਵਿਸ ਹੋਏਗੀ ਐਂਡ 6 ਮਹੀਨੇ ਉਹ ਟ੍ਰੇਨਿੰਗ ਕਰਨਗੇ। ਤਾਂ ਕਿੱਥੇ ਪ੍ਰੋਫੈਸ਼ਨਲਿਜ਼ਮ ਦੇਖਣ ਨੂੰ ਮਿਲੂਗੀ? ਕਈ ਲੋਕ ਤਾਂ ਇਹ ਵੀ ਡਰਦੇ ਹੈ ਕਿ ਅਗਰ ਤੁਸੀਂ ਸੋਲਜਰਸ ਬਣਾਉਂਦੇ ਹੋ ਇੱਦਾਂ 3.5 ਸਾਲਾਂ ਲਈ, ਤਾਂ ਉਸ ਤੋਂ ਬਾਅਦ ਜਦੋਂ ਉਹ ਬਾਹਰ ਆ ਜਾਂਦੇ ਤਾਂ ਉਹਨਾਂ ਨੂੰ ਅਸਲਾ ਚਲਾਉਣਾ ਅਤੇ ਉਹ ਸਾਰੀ ਚੀਜ਼ਾਂ ਦੀ ਟ੍ਰੇਨਿੰਗ ਹੋ ਜਾਂਦੀ ਹੈ, ਜੋ ਆਉਣ ਵਾਲੇ ਟਾਈਮ 'ਚ ਇੰਡੀਆ ਦੇ ਖੁਦ ਦੇ ਸਿਕਿਉਰਿਟੀ ਚੈਲੰਜਸ ਵੀ ਬਣ ਸਕਦੇ ਆ। ਮਤਲਬ ਇਹੀ ਲੋਕ 25 ਸਾਲ ਤੋਂ ਬਾਅਦ ਕੋਈ ਲਾਅ ਐਂਡ ਆਰਡਰ ਸਿਚੁਏਸ਼ਨਸ ਵੀ ਕ੍ਰੀਏਟ ਕਰ ਸਕਦੇ ਹੈ। ਫਿਰ ਇੱਕ ਬਹੁਤ ਇੰਪੋਰਟੈਂਟ ਗੱਲ ਹੁੰਦੀ ਹੈ ਕਿ ਨਾਮ, ਨਮਕ ਅਤੇ ਨਿਸ਼ਾਨ, ਇਹ ਬੜੀ ਇੰਪੋਰਟੈਂਟ ਚੀਜ਼ ਹੁੰਦੀ ਹੈ ਫॉर ਦੀ ਆਰਮੀ। ਹਰ ਰੈਜੀਮੈਂਟ ਦੀ ਆਪਦਾ ਨਾਮ, ਨਮਕ ਅਤੇ ਨਿਸ਼ਾਨ ਹੁੰਦਾ ਹੈ, ਲੇਕਿਨ ਜਦੋਂ ਸਿਰਫ 4 ਸਾਲ ਲਈ ਹੀ ਤੁਸੀਂ ਬੰਦੇ ਨੂੰ ਰੱਖੋਗੇ ਤਾਂ ਕਿਹੜੀ ਫਿਡਿਲਿਟੀ ਅਤੇ ਕਿਹੜਾ ਬਟਾਲੀਅਨ ਅਤੇ ਕਿਹੜਾ ਐਨਸਾਈਨ, ਤਾਂ ਅਲਟੀਮੇਟਲੀ ਉਹ ਲਾਇਲਟੀ ਜਿਹੜਾ ਹੈ ਉਸ ਤੋਂ ਐਕਸਪੈਕਟ ਕਰਨਾ ਬਹੁਤ ਮੁਸ਼ਕਿਲ ਹੋ ਜਾਏਗਾ, ਬਿਕੋਜ਼ ਉਹਨੂੰ ਪਤਾ ਹੈ ਕਿ 4 ਸਾਲ ਬਾਅਦ ਮੇਰੇ ਫਿਊਚਰ ਲਾਈਫ ਕੀ ਹੈਗੀ ਹੈ। ਮਿਲਟਰੀ ਐਜ਼ ਅ ਸਰਵਿਸ ਖਤਮ ਹੋ ਜੂਗੀ, ਐਜ਼ ਅ ਕਰੀਅਰ ਖਤਮ ਹੋ ਜੂਗਾ। ਸੋ ਇਹ ਬੜਾ ਡਰ ਜਿਹੜਾ ਹੈ ਦੇਖਣ ਨੂੰ ਮਿਲਦਾ ਹੈ ਐਂਡ 4 ਸਾਲਾਂ ਬਾਅਦ ਇਟ ਵਿਲ ਬੀ ਵੈਰੀ ਡਿਫਿਕਲਟ ਫॉर देम टू गेट अ जॉब। सो बेसिकली वे अहेड ही होना चाहिए जो ਅਕੋਰਡਿੰਗ ਟੂ ਜੋ ਹੈ ਕਿ ਇੱਕ ਤਾਂ ਇਹ ਪਹਿਲਾਂ ਨਾ ਪ੍ਰੋਪਰ ਪਾਇਲਟ ਪ੍ਰੋਜੈਕਟ ਹੋਣਾ ਚਾਹੀਦਾ ਇਹਦੇ ਵਿੱਚ ਟੂ ਸੀ ਵੈਦਰ ਨੇਸ਼ਨ ਜਾਂ ਇੰਡੀਵਿਜੂਅਲ ਨੂੰ ਕੁਝ ਬੈਨੀਫਿਟ ਹੋ ਵੀ ਰਿਹਾ ਕਿ ਨਹੀਂ। ਇਸ ਤੋਂ ਇਲਾਵਾ ਮੋਡਰਨਾਈਜੇਸ਼ਨ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਐਂਡ ਫਿਰ ਗੱਲਬਾਤ ਕਰਕੇ ਇਹ ਡਿਸੀਜਨਸ ਲੈਣਾ ਚਾਹੀਦੇ ਹੈ। ਦਿਸ ਇਜ਼ ਵਾਟ ਇਟ ਆਲ ਅਬਾਊਟ। ਸੋ ਚਲੋ, ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਊਗੀ ਤਾਂ ਲਾਈਕ ਜ਼ਰੂਰ ਕਰਿਓ ਚੈਨਲ ਨੂੰ। ਥੈਂਕ ਯੂ ਐਂਡ ਟੇਕ ਕੇਅਰ।